तो सो नाथ अथ नमोसर, तो सो नादानी न मोसो पेखारी, मोसो न दीन दयाल न तो सर, मोसो अज्ञान न तो सो बिचारी, मोसो न पतित न पावन तो सर, मोसो बेकारी न तो सो उपकारी, मोरे है अवगुण तू गुण सागर, जातर सातल ओट तिहारी, कहा बुद्ध प्रभ तुच्छ हमारी, बरन सकै जो महिमा तिहारी, हम न सकत कर सिफत तुम्हारी, आप ले हो तुम कथा सुधारी, हम न सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। पातशाही दसवीं त्वै प्रसाद, चलितर 98वां दोहरा, चंदर पगा सरता निकट, रंजन नामा जाट, जो अबला निरखै तिसै, जात सदन पर खाट, चंदर पगा सरता निकट, रंजन नामा जाट, जो अबला निरखै तिसै, जात सदन पर खाट। तो गुरु प्यारी साध संगत जी, आप जी ਸਰਵਣ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਦੇ ਨਾਲ ਸ੍ਰੀ ਚਰਿਤ੍ਰ ਉਪਾਖਿਆਨ ਦੀ ਲੜੀਵਾਰ ਵਿਚਾਰ। ਸੋ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਦੇ ਨਾਲ ਜੋ 97 ਚਰਿਤ੍ਰ ਹਨ ਵਿਚਾਰ ਸਹਿਤ ਹੋ ਚੁੱਕੇ ਨੇ। ਸੋ ਅੱਜ ਜੋ 98 ਨੰਬਰ ਚਰਿਤ੍ਰ ਹੈ ਉਸ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ ਕਰਨੀ ਹੈ। ਤਾਂ ਤੇ ਗਰੀਬ ਨਵਾਜ ਪਾਤਸ਼ਾਹ ਜੀ ਬਚਨ ਫਰਮਾ ਰਹੇ ਨੇ, ਦੋਹਰਾ ਚੰਦਰ ਭਗਾ ਸਰਤਾ ਨਿਕਟ, ਰਾਂਝਨ ਨਾਮਾ ਜਾਟ, ਜੋ ਅਬਲਾ ਨਿਰਖੈ ਤਿਸੈ, ਜਾਤ ਸਦਨ ਪਰ ਖਾਟ। ਸਤਿਗੁਰੂ ਜੀ ਬਚਨ ਬਖਸ਼ਿਸ਼ ਕਰਦੇ ਨੇ ਕਿ ਚਨਾਹ ਦਰਿਆ ਦੇ ਕੰਢੇ ਤੇ ਰਾਂਝਾ ਨਾਂ ਦਾ ਇੱਕ ਜਾਟ ਰਹਿੰਦਾ ਸੀ ਤੇ ਉਹ ਇਤਨਾ ਸੁੰਦਰ ਸੀ ਕਿ ਜਿਹੜੀ ਵੀ ਇਸਤਰੀ ਉਸ ਨੂੰ ਵੇਖ ਲੈਂਦੀ ਸੀ ਇੱਕ ਵਾਰ ਉਹ ਕਾਮ ਦੇ ਅਧੀਨ ਹੋ ਕਰਕੇ ਆਪਣਾ ਹੋਸ਼ ਹਵਾਸ ਹੀ ਭੁੱਲ ਬੈਠਦੀ ਸੀ। ਕਿਉਂਕਿ ਇਹ ਚਰਿੱਤਰ ਹੈ ਜੋ 98 ਨੰਬਰ ਚਰਿੱਤਰ ਦਾ ਪ੍ਰਸੰਗ ਜਿਹੜਾ ਹੈ ਇਹ ਹੀਰ ਤੇ ਰਾਂਝੇ ਦਾ ਹੈ। ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਇਉਂ ਛਲ ਕਪਟ ਭਰੇ ਇਸਤਰੀਆਂ ਦੇ ਪੁਰਖਾਂ ਦੇ ਜੋ ਕਾਮ ਦੇ ਅਧੀਨ ਹੋ ਕਰਕੇ ਛਲ ਕਪਟ ਕਰਦੇ ਹਨ, ਐਸੇ ਪ੍ਰਸੰਗ ਸਤਿਗੁਰੂ ਜੀ ਨੇ ਆਪਣੇ ਖਾਲਸੇ ਤੇ ਖੋਲ ਕਰਕੇ ਸੁਣਾਏ ਤਾਂ ਗੁਰਸਿੱਖਾਂ ਦੇ ਬੇਨਤੀ ਕਰਨ ਤੇ ਕਿ ਮਹਾਰਾਜ ਜਿਵੇਂ ਸੰਸਾਰ ਦੇ ਵਿੱਚ ਆਮ ਲੋਕ ਹੀਰ ਅਤੇ ਰਾਂਝੇ ਦੀਆਂ ਬਹੁਤ ਬਾਤਾਂ ਪਾਉਂਦੇ ਨੇ ਤੇ ਇਹਦੇ ਸੰਬੰਧ ਵਿੱਚ ਆਪ ਜੀ ਦਾ ਕੀ ਹੁਕਮ ਹੈ, ਕੀ ਉਪਦੇਸ਼ ਹੈ। ਤਾਂ ਉਸ ਵੇਲੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਠੀਕ ਜਿਹੜੀ ਹੀਰ ਸੀ ਉਸਨੇ ਹੋਰਾਂ ਇਸਤਰੀ ਦੇ ਨਹੀਂ ਆਪਣੇ ਰਾਂਝੇ ਨਾਲ ਛਲ ਕਪਟ ਤਾਂ ਕੋਈ ਨਹੀਂ ਕੀਤਾ, ਪਰ ਫਿਰ ਵੀ ਜੋ ਇਹਨਾਂ ਦੀ ਪ੍ਰੀਤੀ ਸੀ ਉਹ ਕੇਵਲ ਸਰੀਰ ਦੀ ਹੀ ਪ੍ਰੀਤ ਸੀ
ਤੇ ਗੁਰਮਤ ਸਰੀਰ ਦੀ ਪ੍ਰੀਤੀ ਨਾਲੋਂ ਤੋੜ ਕਰਕੇ ਅਵਿਨਾਸੀ ਅਕਾਲ ਪੁਰਖ ਨਾਲ ਜੁੜਨ ਦਾ ਹੁਕਮ ਕਰਦੀ ਹੈ, ਉਪਦੇਸ਼ ਕਰਦੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਜੋ ਸਾਡਾ ਮਨੋਰਥ ਲਿਖਿਆ ਹੋਇਆ ਹੈ ਉਹ ਇਸ ਸੰਸਾਰ ਦੇ ਵਿੱਚ ਆ ਕੇ ਕਿਸੇ ਨੂੰ ਮਿਲਣ ਦਾ ਮਨੋਰਥ ਨਹੀਂ। ਸਾਨੂੰ ਮਨੁੱਖਾਂ ਦੇ ਹੀ ਕਿਸੇ ਸਰੀਰ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਾਪਤ ਨਹੀਂ ਹੋਈ। ਇਹ ਮਨੁੱਖਾ ਸਰੀਰ ਸਾਨੂੰ ਤਾਂ ਮਿਲਿਆ ਹੈ ਕਿਉਂਕਿ ਇਹਦੇ ਵਿੱਚ ਅਸੀਂ ਪਰਮਾਤਮਾ ਦਾ ਮੇਲ ਕਰਨਾ ਹੈ। ਜੇਕਰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਚਨ ਬਖਸ਼ਿਸ਼ ਕਰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣਗੀ ਇਹ ਤੇਰੀ ਬਰੀਆ, ਕਿ ਇਹ ਮਨੁੱਖਾ ਸਰੀਰ ਪਰਮੇਸ਼ਰ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ ਏ। ਤੇ ਸਾਡਾ ਮਨੋਰਥ ਇਹੀ ਹੈ ਕਿ ਅਸਾਂ ਨੇ ਅਕਾਲ ਪੁਰਖ ਦਾ ਮੇਲ ਹਾਸਲ ਕਰਨਾ ਹੈ ਜੋ ਸਰੀਰਾਂ ਦੇ ਵਿੱਚ ਨਹੀਂ ਆਉਂਦਾ, ਜੋ ਅਕਾਲ ਮੂਰਤ ਹੈ। ਕਿਉਂਕਿ ਅਕਾਲ ਉਹੀ ਹੈ ਜੋ ਸਰੀਰ ਦੇ ਵਿੱਚ ਨਹੀਂ। ਜੋ ਸਰੀਰ ਦੇ ਵਿੱਚ ਹੈ ਉਹਦਾ ਕਾਲ ਹੈ, ਉਹਦਾ ਅੰਤ ਹੋ ਜਾਏਗਾ, ਪਰ ਜੋ ਸਰੀਰ ਦੇ ਵਿੱਚ ਕਦੇ ਨਹੀਂ ਆਉਂਦਾ ਉਹ ਹੈ ਅਕਾਲ ਮੂਰਤ, ਅਕਾਲ ਪੁਰਖ ਵਾਹਿਗੁਰੂ, ਜੋ ਨਿਰਗੁਣ ਸਰੂਪ ਹੈ, ਜੋ ਸ਼ਬਦ ਰੂਪ ਹੈ, ਜੋ ਕਦੇ ਜੰਮਦਾ ਕਦੇ ਮਰਦਾ ਨਹੀਂ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਕੀਤਾ ਤੇ ਮਹਾਰਾਜ ਜੀ ਆਖਣ ਲੱਗੇ ਕਿ ਜੋ ਇਹਨਾਂ ਦਾ ਪ੍ਰਸੰਗ ਹੈ ਉਹ ਵੀ ਤੁਹਾਨੂੰ ਅਸੀਂ ਖੋਲ ਕੇ ਸੁਣਾਉਂਦੇ ਹਾਂ ਕਿ ਇਹਨਾਂ ਦੀ ਕੀ ਗੱਲਬਾਤ ਸੀ, ਇਹ ਸੰਸਾਰ ਦੇ ਵਿੱਚ ਆਏ, ਇਹਨਾਂ ਦੀ ਅਸਲ ਦੇ ਵਿੱਚ ਸੱਚਾਈ ਕੀ ਸੀ। ਤਾਂ ਉਸ ਵੇਲੇ ਗੁਰੂ ਸਾਹਿਬ ਜੀ ਨੇ ਬਚਨ ਫਰਮਾਏ ਹਨ, ਚਾਉ ਪਈ ਮੋਹਤ ਤੇਹ ਤ੍ਰਿਆ ਨੈਣ ਨਿਹਾਰੇ, ਜਨ ਸਾਵਕ ਸਾਇਕ ਕੇ ਮਾਰੇ। ਤੇ ਮਹਾਰਾਜ ਨੇ ਬਚਨ ਫਰਮਾਇਆ ਕਿ ਉਹ ਰਾਂਝਾ ਇਤਨੇ ਸੋਹਣੇ ਰੂਪ ਵਾਲਾ ਸੀ ਕਿ ਜਿਹੜੀ ਵੀ ਇਸਤਰੀ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲੈਂਦੀ ਸੀ ਤੇ ਉਹਦੇ ਉੱਪਰ ਹੀ ਇਉਂ ਮੋਹਿਤ ਹੋ ਜਾਂਦੀ ਸੀ ਕਿ ਜਿਵੇਂ ਕੋਈ ਹਿਰਨ ਦਾ ਬੱਚਾ, ਜੇਕਰ ਕਿਸੇ ਹਿਰਨ ਦੇ ਬੱਚੇ ਨੂੰ ਤੀਰ ਵੱਜ ਜਾਵੇ, ਜਿਵੇਂ ਤੀਰ ਵੱਜਣ ਕਰਕੇ ਹਿਰਨ ਦਾ ਬੱਚਾ ਡਿੱਗ ਪੈਂਦਾ ਹੈ ਬੇਹੋਸ਼ ਹੋ ਕਰਕੇ, ਤਿਵੇਂ ਉਹ ਇਸਤਰੀਆਂ ਇੱਕ ਵਾਰ ਰਾਂਝੇ ਨੂੰ ਵੇਖ ਲੈਂਦੀਆਂ ਤਾਂ ਉਹਦੀ ਯਾਦ ਵਿੱਚ ਆਪਣੀ ਹੋਸ਼ੋ ਹਵਾਸ ਹੀ ਭੁੱਲ ਬੈਠਦੀਆਂ ਸਨ। ਚਿੱਤ ਮੈਂ ਅਦੇਕ ਰੀਝ ਕੇ ਰਹਿ, ਰਾਂਝਨ ਰਾਂਝਨ ਮੁਖ ਤੇ ਕਹੈ। ਤੇ ਉਹ ਆਪਣੇ ਮਨ ਦੇ ਵਿੱਚ ਬੜੀਆਂ ਖੁਸ਼ ਹੋ ਕਰਕੇ ਜਦ ਇੱਕ ਵਾਰੀ ਰਾਂਝੇ ਨੂੰ ਵੇਖ ਲੈਂਦੀਆਂ ਤੇ ਫਿਰ ਉਹਦਾ ਹੀ ਨਾਮ ਜਪਦੀਆਂ ਰਹਿੰਦੀਆਂ ਸਨ ਕਿ ਰਾਂਝਾ ਰਾਂਝਾ ਮੂੰਹ ਤੋਂ ਆਖਦੀਆਂ ਰਹਿੰਦੀਆਂ ਸਨ। ਉਹਨਾਂ ਨੂੰ ਚੇਤਾ ਹੀ ਨਹੀਂ ਭੁੱਲਦਾ ਸੀ ਕਿ ਰਾਂਝਾ ਇੰਨਾ ਸੋਹਣਾ ਸੀ। ਜਿਹੜੀ ਇਸਤਰੀ ਇੱਕ ਵਾਰ ਵੇਖਦੀ ਸੀ ਫਿਰ ਉਹਦਾ ਹੀ ਨਾਮ ਜਪਦੀ ਰਹਿੰਦੀ ਸੀ। ਕਰਮ ਕਾਲ ਤਹ ਐਸੋ ਪਇਓ, ਤਉ ਨੈ ਤੇਸ਼ ਕਾਲ ਪਰ ਗਇਓ। ਤੇ ਗੁਰੂ ਸਾਹਿਬ ਜੀ ਆਖਦੇ ਹਨ ਕਿ ਜਿਵੇਂ ਜਿਵੇਂ ਸਮਾਂ ਬਤੀਤ ਹੋਇਆ, ਸਮੇਂ ਦਾ ਐਸਾ ਚੱਕਰ ਵੀ ਉਹ ਚੱਲਿਆ ਕਿ ਜਿਸ ਦੇਸ਼ 'ਚ ਰਾਂਝਾ ਰਹਿੰਦਾ ਸੀ ਉਸ ਦੇਸ਼ ਦੇ ਵਿੱਚ ਕਾਲ ਪੈ ਗਿਆ। ਅਨਾਜ ਦਾ ਬਹੁਤ ਕਮੀ ਹੋ ਗਈ, ਬਾਰਿਸ਼ ਨਾ ਹੋਣ ਕਾਰਨ ਅਨਾਜ ਫਲ ਨਹੀਂ ਸਕਿਆ, ਭੁੱਖ ਮਰੀ ਚਾਰੇ ਪਾਸੇ ਫੈਲ ਚੁੱਕੀ ਸੀ। ਜਿਯਤ ਨਾ ਕੋ ਨਰ ਬਚਿਓ, ਨਗਰ ਮੈਂ ਸੋ ਬਰਿਓ ਜਾ ਕੇ ਤਨ ਕਰ ਮੈਂ। ਤੇ ਨਗਰ ਦੇ ਵਿੱਚ ਕੋਈ ਵੀ ਜਿਉਂਦਾ ਨਾ ਬਚ ਸਕਿਆ। ਭੁੱਖ ਦੇ ਦੁੱਖ ਤੰਗ ਆ ਕਰਕੇ ਸਾਰਿਆਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਸਿਰਫ ਉਹੀ ਬਚਿਆ ਕਿ ਜਿਸਦੇ ਕੋਲ ਧਨ ਦੌਲਤ ਅਧਿਕ ਸੀ, ਉਸਨੇ ਧਨ ਦੌਲਤ ਨਾਲ ਹੋਰ ਪਾਸਿਆਂ ਤੋਂ ਅਨਾਜ ਪਾਣੀ ਖਰੀਦ ਲਿਆ। ਪਰ ਜੋ ਗਰੀਬ ਸਨ ਉਹਨਾਂ ਕੋਲ ਮਾਇਆ ਨਾ ਹੋਣ ਕਾਰਨ ਇਵੇਂ ਹੀ ਤੜਫ ਤੜਫ ਕੇ, ਭੁੱਖ ਦੁੱਖ ਤੰਗ ਆ ਕਰਕੇ ਇਵੇਂ ਤੜਫ ਤੜਫ ਕੇ ਹੀ ਮਰ ਗਏ। ਚਿੱਤਰ ਦੇਵ ਇਕ ਰਾਨ ਨਗਰ ਮੈਂ, ਰਾਂਝਾ ਏਕ ਪੂਤ ਤਿਹ ਕਰ ਮੈਂ। ਤੇ ਉਸੇ ਨਗਰ ਦੇ ਵਿੱਚ ਹੀ ਜੋ ਰਾਂਝੇ ਦੀ ਮਾਂ, ਜਿਸ ਦਾ ਨਾਮ ਚਿੱਤਰ ਦੇਵੀ ਰਾਣੀ ਕਰਕੇ ਲਿਖਿਆ ਹੈ, ਮਹਾਰਾਜ ਆਖਦੇ ਹਨ ਕਿ ਉਸ ਦੀ ਮਾਂ ਚਿੱਤਰ ਦੇਵੀ ਰਾਣੀ ਤੇ ਰਾਂਝਾ ਉਹਦਾ ਇੱਕ ਪੁੱਤ ਸੀ। ਤਾਂ ਕਿ ਔਰ ਨ ਬਚਿਓ ਕੋਈ, ਮਾਏ ਬੂਤ ਵੈ ਬਾਚੇ ਦੋਈ।
ਤੇ ਉਹਨਾਂ ਦੇ ਘਰ ਵਿੱਚ ਵੀ ਬਾਬਾ ਰਾਂਝੇ ਦੇ ਪਰਿਵਾਰ ਵਿੱਚ ਵੀ ਉਹਦੀ ਮਾਤਾ ਤੇ ਸਿਰਫ ਉਹੀ ਬਚਿਆ। ਹੋਰ ਕੋਈ ਵੀ ਪਰਿਵਾਰ ਦਾ ਜੀ ਕਾਲ ਦੇ ਮੂੰਹ ਦੇ ਵਿੱਚ ਚਲਾ ਗਿਆ। ਕਹਿਣ ਤੋਂ ਭਾਵ ਕਿ ਭੁੱਖ ਦੁੱਖ ਤੋਂ ਤੰਗ ਆ ਕਰਕੇ ਸਭ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਉਸ ਪਰਿਵਾਰ ਦੇ ਵਿੱਚੋਂ ਕੇਵਲ ਇਹੀ ਮਾਂ ਤੇ ਪੁੱਤ ਪਵਿੱਤਰ ਦੇਵੀ ਰਾਣੀ ਰਾਂਝੇ ਦੀ ਮਾਂ ਤੇ ਇਹ ਰਾਂਝਾ ਬਚੇ ਹਨ। ਰਨੇ ਭੂਖ ਅਧਿਕ ਜਬ ਲਾਗੀ ਤਾਕੋ ਵੇਚ ਮੇਖਲਾ ਸਾਜੀ। ਜਦ ਉਸਦੀ ਰਾਂਝੇ ਦੀ ਮਾਤਾ ਰਾਣੀ ਨੂੰ ਬਹੁਤ ਭੁੱਖ ਲੱਗ ਗਈ ਤਾਂ ਉਸਨੇ ਜੋ ਵੀ ਘਰ ਦੇ ਵਿੱਚ ਸਮਾਨ ਸੀ, ਸਾਜੋ ਸਮਾਨ ਸੀ, ਸਾਰਾ ਵੇਚ ਕਰਕੇ ਸੰਨਿਆਸ ਧਾਰਨ ਕਰ ਲਿਆ। ਕੁਝ ਆਪਣੇ ਪਾਸ ਪੈਸੇ ਰੱਖ ਲਏ। ਨਿਤ ਪੀਸਨ ਪਰ ਦੁਆਰੇ ਜਾਵੇ ਝੂਠ ਚੂਣ ਚੌਕਾ ਚੁਨ ਖਾਵੇ। ਤੇ ਕਾਫੀ ਸਮਾਂ ਇਵੇਂ ਬਤੀਤ ਹੁੰਦਾ ਰਿਹਾ ਤੇ ਨਿਤ ਹੀ ਉਹ ਪਰਾਏ ਘਰਾਂ ਦੇ ਵਿੱਚ ਆਟਾ ਪੀਣ ਵਾਸਤੇ ਜਾਂਦੀ ਸੀ ਤੇ ਲੋਕਾਂ ਦੇ ਘਰੋਂ ਹੀ ਚੌਂਕੇ ਵਿੱਚ ਜੂਠਾ ਲੈ ਕੇ ਖਾ ਲੈਂਦੀ ਸੀ, ਆਪਣਾ ਗੁਜ਼ਾਰਾ ਕਰਦੀ ਸੀ। ਐਸੇ ਹੀ ਭੂਖਨ ਮਰ ਗਈ ਪੁੰਨ ਵੇ ਤਹਾਂ ਬ੍ਰਿਸ਼ਟ ਅਤ ਦਈ। ਤੇ ਕੁਝ ਸਮਾਂ ਪਾ ਕਰਕੇ ਇਸੇ ਪ੍ਰਕਾਰ ਭੁੱਖ ਦੁੱਖ ਤੰਗ ਆ ਕੇ ਆਖਰ ਉਹਦੀ ਮਾਂ ਵੀ ਜਿਹੜੀ ਸੀ ਉਹ ਵੀ ਆਪਣਾ ਸਰੀਰ ਛੱਡ ਗਈ। ਫਿਰ ਅਕਾਲ ਪੁਰਖ ਵੱਲੋਂ ਐਸੀ ਮਿਹਰ ਹੋਈ ਸੂਕੇ ਭਏ ਹਰੇ ਜਨ ਸਾਰੇ ਬਹੁਰ ਜੀਤ ਕੇ ਬਜੇ ਨਗਾਰੇ। ਐਸੀ ਅਕਾਲ ਪੁਰਖ ਦੀ ਰਹਿਮਤ ਹੋਈ ਕਿ ਬਹੁਤ ਜ਼ਿਆਦਾ ਵਰਸ਼ਾ ਹੋਣ ਕਾਰਨ ਜੋ ਵੀ ਅਨਾਜ ਸੁੱਕ ਚੁੱਕਾ ਸੀ, ਫਲ ਫੁੱਲ ਸਭ ਸੁੱਕ ਚੁੱਕੇ ਸਨ। ਪਸ਼ੂ ਪੰਛੀ ਜਾਨਵਰ ਜੋ ਵੀ ਕਾਲ ਦੇ ਦੁੱਖ ਤੰਗ ਆ ਕਰਕੇ ਤੜਫ ਤੜਫ ਕੇ ਮਰ ਰਹੇ ਸਨ। ਬਹੁਤ ਜ਼ਿਆਦਾ ਵਰਸ਼ਾ ਹੋਣ ਕਾਰਨ ਸਭ ਹੀ ਹਰੇ ਭਰੇ ਹੋ ਗਏ, ਅਨਾਜ ਪ੍ਰਫੁੱਲਤ ਹੋਇਆ, ਪਸ਼ੂ ਪੰਛੀ ਜਾਨਵਰ ਜੀਵ ਜੰਤੂ ਸਭ ਹਰੇ ਭਰੇ ਹੋ ਗਏ ਤੇ ਮਨੁੱਖ ਵੀ ਇੱਕ ਵਾਰ ਫਿਰ ਤੋਂ ਜੀਵਨ ਦੀ ਜੋ ਆਸ ਇੱਕ ਵਾਰ ਪੂਰੀ ਤਰ੍ਹਾਂ ਮੁਕਾ ਚੁੱਕੇ ਸਨ। ਉਹਨਾਂ ਦੇ ਮਨਾਂ ਦੇ ਵਿੱਚ ਖੁਸ਼ੀ ਦੇ ਨਗਾਰੇ ਵੱਜੇ, ਕਾਸ ਵੱਜੀ ਕਿ ਹੁਣ ਅਸੀਂ ਨਹੀਂ ਮਰਾਂਗੇ, ਕਿ ਹੁਣ ਇਵੇਂ ਭੁੱਖ ਦੁੱਖ ਤੰਗ ਆ ਕੇ ਸਾਨੂੰ ਆਪਣੀਆਂ ਜਾਨਾਂ ਨਹੀਂ ਦੇਣੀਆਂ ਪੈਣਗੀਆਂ। ਤਹਾਂ ਏਕ ਰਾਂਝਾ ਹੀ ਉਭਰਿਓ ਔਰ ਲੋਕ ਸਭ ਤਹਿ ਕੋ ਮਰਿਓ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਆਖਿਰ ਉਸ ਨਗਰ ਦੇ ਵਿੱਚ ਜਿੰਨੀ ਦੇਰ ਤੱਕ ਵਰਸ਼ਾ ਹੋਈ, ਕਾਲ ਦਾ ਦੁੱਖ ਦੂਰ ਹੋਇਆ, ਉਨੀ ਦੇਰ ਤੱਕ ਨਗਰ ਦੇ ਹਰ ਲੋਕ ਹੀ ਮਰ ਚੁੱਕੇ ਸਨ। ਕੇਵਲ ਉਸ ਨਗਰ ਦੇ ਵਿੱਚੋਂ ਰਾਂਝਾ ਹੀ ਬਚਿਆ। ਰਾਂਝੋ ਜਾਟ ਹੈ ਤਿਨ ਪਾਰਿਓ ਪੂਤ ਭਾਵ ਤੇ ਤਾਹੇ ਜਿਆਰਿਓ। ਫਿਰ ਕਿਸੇ ਹੋਰ ਨਗਰ ਦੇ ਜੱਟ ਨੇ ਰਾਂਝੇ ਨੂੰ ਇਉਂ ਅਨਾਥ ਵੇਖ ਕਰਕੇ ਆਪਣਾ ਪੁੱਤ ਬਣਾ ਲਿਆ। ਆਪਣੇ ਪੁੱਤ ਦੀ ਨਿਆਈ ਹੀ ਸਮਝ ਕਰਕੇ ਉਸ ਨੂੰ ਪਾਲਣ ਲੱਗ ਪਿਆ ਹੈ। ਪੂਤ ਜਾਟ ਕੋ ਸਭ ਕੋ ਜਾਣੈ ਤਿਨ ਤੇ ਕੋਉ ਨ ਰਹਿਓ ਪਛਾਨੈ। ਸਾਰੇ ਲੋਕ ਹੀ ਹੁਣ ਇਉਂ ਹੀ ਸਮਝਣ ਲੱਗ ਪਏ ਕਿ ਰਾਂਝਾ ਜਿਹੜਾ ਹੈ ਜੱਟ ਦਾ ਪੁੱਤਰ ਹੈ, ਜ਼ਿਮੀਂਦਾਰ ਦਾ ਪੁੱਤ ਹੈ। ਪਰ ਕੋਈ ਵੀ ਇਸ ਅਸਲੀਅਤ ਨੂੰ ਨਹੀਂ ਜਾਣਦਾ ਸੀ ਕਿ ਇਹ ਤਾਂ ਅਸਲ ਦੇ ਵਿੱਚ ਜਾਟ ਹੈ, ਇਹ ਤਾਂ ਰਾਜਪੂਤਾਂ ਦਾ ਬੇਟਾ ਹੈ। ਇਸ ਗੱਲ ਦੀ ਪਛਾਣ ਕਿਸੇ ਨੂੰ ਵੀ ਨਹੀਂ ਸੀ। ਸਾਰੇ ਇਹ ਸਮਝਦੇ ਸਨ ਕਿ ਇਹ ਜ਼ਿਮੀਂਦਾਰਾਂ ਦਾ ਬੱਚਾ ਹੈ। ਐਸੇ ਕਾਲ ਬੀਤ ਕਹਿ ਗਇਓ ਤਾਂ ਮੈਂ ਮਦਨ ਦਮਾਮੋਂ ਦਇਓ। ਇਵੇਂ ਸਮਾਂ ਬਤੀਤ ਹੁੰਦਾ ਗਿਆ ਤਾਂ ਆਖਰ ਰਾਂਝਾ ਜਵਾਨ ਹੋਇਆ ਤੇ ਉਹਦੇ ਅੰਦਰ ਵੀ ਕਾਮ ਨੇ ਆ ਕੇ ਆਪਣਾ ਨਗਾਰਾ ਵਜਾ ਦਿੱਤਾ। ਪਵ ਕਾਮ ਹੁਣ ਉਹਦੇ ਅੰਦਰ ਵੀ ਜਾਗਣ ਲੱਗ ਪਿਆ। ਮਹਿ ਕੀ ਚਾਰ ਨਿਤ ਗ੍ਰਹਿ ਆਵੈ ਰਾਂਝਾ ਆਪਣੋ ਨਾਮ ਸਦਾਵੈ। ਤੇ ਰਾਂਝਾ ਹੁਣ ਨਿਤ ਹੀ ਮੱਝਾਂ ਚਾਰ ਕਰਕੇ ਆਉਂਦਾ ਸੀ ਤੇ ਆਪਣਾ ਨਾਮ ਰਾਂਝਾ ਰਾਂਝਾ ਕਰਕੇ ਲੋਕਾਂ ਦੇ ਵਿੱਚ ਬੁਲਾਉਂਦਾ ਸੀ। ਪੂਤ ਜਾਟ ਕੋ ਤਿਹ ਸਭ ਜਾਣੈ ਰਾਜਪੂਤ ਕੈ ਕੋ ਪਹਿਚਾਨੈ। ਸਾਰੇ ਲੋਕ ਸਮਝਦੇ ਸਨ ਕਿ ਰਾਂਝਾ ਜੱਟ ਦਾ ਪੁੱਤ ਹੈ, ਕੋਈ ਵੀ ਨਹੀਂ ਜਾਣਦਾ ਸੀ ਕਿ ਇਹ ਰਾਜਪੂਤਾਂ ਦਾ ਬੇਟਾ ਹੈ। ਇਹ ਸੱਚਾਈ ਨੂੰ ਜੋ ਲੋਕ ਜਾਣਦੇ ਸਨ ਉਹ ਤਾਂ ਕਾਲ ਦੇ ਮੂੰਹ ਦੇ ਵਿੱਚ ਜਾ ਚੁੱਕੇ ਸਨ, ਪਰ ਜੋ ਲੋਕ ਬਾਕੀ ਬਚੇ ਸਨ ਉਹ ਇਹੀ ਸਮਝਦੇ ਹਨ ਕਿ ਇਹ ਜੱਟ ਦਾ ਪੁੱਤਰ ਹੈ। ਇਤੀ ਬਾਤ ਰਾਂਝਾ ਕੀ ਕਹੀ ਅਬ ਚਲ ਬਾਤ ਹੀਰ ਪੈ ਰਹੀ। ਤੇ ਗੁਰੂ ਸਾਹਿਬ ਜੀ ਬਚਨ ਫਰਮਾਉਂਦੇ ਹਨ ਕਿ ਇਤਨੀ ਗੱਲ ਮੈਂ ਹੁਣ ਤੁਹਾਨੂੰ ਰਾਂਝੇ ਬਾਰੇ ਦੱਸ ਦਿੱਤੀ ਹੈ, ਹੁਣ ਮੈਂ ਤੁਹਾਨੂੰ ਹੀਰ ਬਾਰੇ ਵੀ ਦੱਸਦਾ ਹਾਂ। ਤੁਮਕੋ ਤਾਕੀ ਕਥਾ ਸੁਣਾਉ ਤਾਤੇ ਤੁਮਰੋ ਹਿਰਦੈ ਸਰਾਉ। ਤੇ ਮਹਾਰਾਜ ਜਾਗਦੇ ਹਨ ਕਿ ਮੈਂ ਹੁਣ ਤੁਹਾਨੂੰ ਹੀਰ ਦੇ ਬਾਬਤ ਵੀ ਦੱਸਦਾ ਹਾਂ ਕਿ ਉਹ ਕੌਣ ਸੀ
ਤੇ ਉਹਦੀ ਗੱਲ ਸੁਣਾ ਕੇ ਮੈਂ ਤੁਹਾਨੂੰ ਖੁਸ਼ ਕਰਦਾ ਹਾਂ। ਅੜਿਲ ਇੰਦਰ ਰਾਏ ਕੇ ਨਗਰ ਅਪਸਰਾ ਇਕ ਰਹਿ, ਮੈਨ ਕਲਾ ਤਿਹ ਨਾਮ ਸਕਲ ਜਗ ਇਉਂ ਕਹੈ। ਸਤਿਗੁਰੂ ਜਾਗਦੇ ਹਨ ਕਿ ਇੰਦਰ ਰਾਜੇ ਦੇ ਸਵਰਗ ਵਿੱਚ ਇੱਕ ਅਪਸਰਾ ਰਹਿੰਦੀ ਸੀ। ਉਹਦਾ ਨਾਮ ਸੀ ਮੈਨ ਕਲਾ। ਸਾਰੇ ਹੀ ਉਸ ਨੂੰ ਬਹੁਤ ਪ੍ਰਸਿੱਧ ਹੋਣ ਕਰਕੇ, ਬਹੁਤ ਸੋਹਣੇ ਰੂਪ ਵਾਲੀ ਹੋਣ ਕਰਕੇ ਸਾਰੇ ਉਹਨੂੰ ਜਾਣਦੇ ਸਨ। ਤਾਕੋ ਰੂਪ ਨਰੇਸ਼ ਜੋ ਕੋ ਨਹਾਰਹੀ, ਹੋ ਗਿਰੈ ਧਰਨ ਪਰ ਝੂਮ ਮੈਨ ਸਰਮਾ ਰਹੀ। ਤੇ ਜੋ ਵੀ ਰਾਜਾ ਮੈਨ ਕਲਾ ਦੀ ਇੱਕ ਵਾਰੀ ਸੁੰਦਰਤਾ ਨੂੰ ਵੇਖ ਲੈਂਦਾ ਸੀ ਤਾਂ ਉਹ ਕਾਮ ਦੇ ਤੀਰਾਂ ਨਾਲ ਵਿੰਨਿਆ ਜਾਂਦਾ ਸੀ ਤੇ ਧਰਤੀ ਦੇ ਉੱਪਰ ਬੇਸੁਰਤਾ ਹੋ ਕੇ ਡਿੱਗ ਪੈਂਦਾ ਸੀ। ਚਾਓ ਪਈ ਤੋ ਨੈ ਸਭਾ ਕਪਲ ਮੁਨੇ ਆਇਓ, ਅਵਸਰ ਜਹਾ ਮੈਨ ਕਾ ਪਾਇਓ। ਇੱਕ ਵਾਰ ਜਿੱਥੇ ਇਹ ਮੈਨ ਕਲਾ ਅਪਸਰਾ ਰਹਿੰਦੀ ਸੀ ਉੱਥੇ ਕਪਲ ਮੁਨੀ ਚੱਲ ਕੇ ਆਇਆ। ਜਦ ਕਪਲ ਮੁਨੀ ਨੇ ਮੈਨਕਾ ਨੂੰ ਵੇਖਿਆ, ਤਿਹ ਲੱਖ ਮੁਨ ਬੀਰਜ ਗਿਰ ਗਇਓ, ਚਪ ਜਿਤ ਮੈਂ ਸਰਾਪਰ ਤਿਹ ਦਇਓ। ਤੇ ਮੈਨ ਕਲਾ ਦੀ ਸੁੰਦਰਤਾ ਨੂੰ ਵੇਖ ਕਰਕੇ ਕਪਲ ਮੁਨੀ ਦਾ ਵੀਰ ਜਿਹੜਾ ਸੀ ਉਹ ਡਿੱਗ ਗਿਆ। ਤੇ ਇਸ ਕਰਕੇ ਕਪਲ ਮੁਨੀ ਬਹੁਤ ਗੁੱਸੇ ਵਿੱਚ ਆਇਆ ਤੇ ਗੁੱਸੇ ਵਿੱਚ ਆ ਕਰਕੇ ਉਸਨੇ ਮੈਨ ਕਲਾ ਨੂੰ ਸ਼ਰਾਪ ਦੇ ਦਿੱਤਾ। ਤੁਮ ਗਿਰ ਮਿਰਤ ਲੋਕ ਮੈਂ ਪਰੋ, ਜੂਨ ਸਿਆਲ ਜਾਟ ਕੀ ਧਰੋ। ਕਪਲ ਮੁਨੀ ਨੇ ਗੁੱਸੇ ਵਿੱਚ ਆ ਕੇ ਮੇਨ ਕਲਾ ਅਪਸਰਾ ਨੂੰ ਸ਼ਰਾਪ ਦਿੱਤਾ ਕਿ ਤੂੰ ਹੁਣ ਇੱਥੋਂ ਸਵਰਗ ਲੋਕ ਦੇ ਵਿੱਚੋਂ ਮ੍ਰਿਤ ਲੋਕ ਦੇ ਵਿੱਚ ਚਲੀ ਜਾ ਅਤੇ ਸਿਆਲ ਜੱਟ ਦੇ ਘਰ ਵਿੱਚ ਜਾ ਕੇ ਜਨਮ ਲੈ। ਹੀਰ ਆਪਨੋ ਨਾਮ ਸਦਾਵ, ਝੂਠ ਕੂਟ ਤੁਰਕਨ ਕੀ ਖਾਵੋ। ਤੇ ਆਪਣਾ ਨਾਮ ਤੂੰ ਹੀਰ ਕਰਕੇ ਰਖਾ ਤੇ ਤੁਰਕਾਂ ਦੀ ਹੀ ਝੂਠ ਮੂਠ ਖਾਣਾ ਕਰ। ਦੋਹਰਾ ਤਬ ਅਬਲਾ ਕੰਪਤ ਭਈ, ਤਾਕੇ ਪਰ ਕੈ ਪਾਏ। ਇਸ ਵੇਲੇ ਮੇਨ ਕਲਾ ਅਪਸਰਾ ਨੇ ਇਉਂ ਸ਼ਰਾਪ ਸੁਣਿਆ ਕਪਲ ਮੁਨੀ ਦੇ ਮੂੰਹ ਤੋਂ ਤਾਂ ਬਹੁਤ ਡਰ ਗਈ। ਉਹ ਦੌੜ ਕੇ ਕਪਲ ਮੁਨੀ ਚਰਨਾਂ ਦੇ ਉੱਪਰ ਆ ਕੇ ਡਿੱਗੀ। ਕਿਉ ਹੂ ਹੋਏ ਉਧਾਰ ਮਮ, ਸੋਧਜ ਕਹੋ ਉਪਾਏ। ਹੱਥ ਜੋੜ ਕੇ ਆਖਣ ਲੱਗੀ ਕਿ ਹੇ ਬ੍ਰਾਹਮਣ, ਤੁਸੀਂ ਮੈਨੂੰ ਸ਼ਰਾਪ ਤਾਂ ਦੇ ਦਿੱਤਾ ਹੈ ਪਰ ਮੇਰਾ ਕਲਿਆਣ ਕਿਵੇਂ ਹੋਏਗਾ, ਮੈਨੂੰ ਕੋਈ ਉਪਾਅ ਜ਼ਰੂਰ ਦੱਸ ਕੇ ਜਾਵੋ। ਚਾਓ ਪਈ ਇੰਦਰ ਸੋ ਮ੍ਰਿਤ ਮੰਡਲ, ਜਬ ਜੈ ਹੈ ਰਾਂਝਾ ਆਪਣੋ ਨਾਮ ਕਹੈ ਹੈ। ਕਪਲ ਮੁਨੀ ਆਖਣ ਲੱਗਾ, ਜਿਸ ਵੇਲੇ ਇੰਦਰ ਮ੍ਰਿਤ ਮੰਡਲ ਵਿੱਚ ਜਾਵੇਗਾ ਉਹ ਆਪਣਾ ਨਾਮ ਰਾਂਝਾ ਕਰਕੇ ਰਖਵਾਏਗਾ। ਤੋ ਸੋ ਅਧਿਕ ਪ੍ਰੀਤਿ ਉਪਜਾਵੈ, ਅਮਰਾਵਤੀ ਬਹਰ ਤੁਹ ਲਿਆਵੈ। ਤੇ ਫਿਰ ਤੂੰ ਰਾਂਝੇ ਨਾਲ ਤੇ ਰਾਂਝਾ ਤੇਰੇ ਨਾਲ ਬਹੁਤ ਪ੍ਰੀਤ ਉਪਜਾਵੇਗਾ ਤੇ ਫਿਰ ਤੈਨੂੰ ਮੁੜ ਵਾਪਸ ਅਮਰਾਵਤੀ ਭਾਵ ਇਸ ਸਵਰਗਪੁਰੀ ਚ ਲੈ ਕੇ ਵਾਪਸ ਆ ਜਾਵੇਗਾ। ਦੋਹਰਾ ਜੂਨ ਜਾਟ ਕੀ ਤਿਨ ਧਰੀ, ਮ੍ਰਿਤ ਮੰਡਲ ਮੈਂ ਆਏ। ਤੇ ਇਤਨੀ ਹੀ ਗੱਲ ਸੁਣਦਿਆਂ ਸਾਰ ਦੀ ਮੇਨ ਕਲਾਸਿਸ ਨੇ ਸੰਸਾਰ ਦੇ ਵਿੱਚ ਆ ਕੇ ਜੱਟ ਦੇ ਘਰ ਜਨਮ ਲੈ ਲਿਆ। ਚੂਚਕ ਕੇ ਉਪਜੀ ਪਵਨ, ਹੀਰ ਨਾਮ ਧਰਵਾਏ। ਤੇ ਆਪਣਾ ਨਾਂ ਉਸਨੇ ਹੀਰ ਰਖਵਾਇਆ ਤੇ ਚੂਚਕ ਦੇ ਘਰ ਪੈਦਾ ਹੋਈ। ਚਾਓ ਪਈ ਇਸੀ ਭਾਂਤ ਸੋ ਕਾਲ ਬਹਾਨਿਓ, ਬੀਤਿਓ ਬਰਖ ਏਕ ਦਿਨ ਜਾਣਿਓ। ਤੇ ਇਵੇਂ ਕਾਫੀ ਸਮਾਂ ਲੰਘਦਾ ਗਿਆ, ਸਾਲ ਬਤੀਤ ਹੁੰਦੇ ਗਏ। ਬਾਲਾ ਪਨੋ ਛੂਟ ਜਬ ਗਇਓ, ਜੋਬਨ ਆਨੰਦ ਮਾਮੋ ਦਇਓ। ਤੇ ਸਾਰਾ ਬਚਪਨ ਬਤੀਤ ਹੋ ਗਿਆ। ਜਵਾਨੀ ਨੇ ਆ ਕੇ ਆਪਣਾ ਨਗਾਰਾ ਵਜਾਇਆ। ਰਾਂਝਾ ਚਾਰ ਮਹਿਖੀਆਂ ਨੇ ਆਵੈ, ਥਾਕੋ ਹੇਰ ਹੀਰ ਬਲ ਜਾਵੈ। ਤੇ ਉਧਰ ਜਿਸ ਵੇਲੇ ਰਾਂਝਾ ਜਿਹੜਾ ਸੀ ਮੱਝਾਂ ਗਾਵਾਂ ਨੂੰ ਚਾਰ ਕੇ ਵਾਪਸ ਆਉਂਦਾ ਸੀ ਤਾਂ ਉਸ ਨੂੰ ਹੀਰ ਨੇ ਤੱਕ ਲਿਆ ਤੇ ਹੀਰ ਉਸਨੂੰ ਵੇਖ ਵੇਖ ਕੇ ਬਲਹਾਰੇ ਜਾਣ ਲੱਗੀ, ਭਾਵ ਉਸ ਤੋਂ ਕੁਰਬਾਨ ਹੋਣ ਲੱਗ ਪਈ। ਤਾਸੋ ਅਧਿਕ ਨਿਹੋ ਪਜਾਇਓ, ਭਾਂਤ ਭਾਂਤ ਸੋ ਮੋਹ ਬੜਾਇਓ। ਹੀਰ ਨੇ ਰਾਂਝੇ ਨਾਲ ਤੇ ਰਾਂਝੇ ਨੇ ਹੀਰ ਨਾਲ
ਬਹੁਤ ਪ੍ਰੇਮ ਉਪਜਾਇਆ ਤੇ ਅਨੇਕਾਂ ਤਰੀਕਿਆਂ ਦੇ ਨਾਲ ਆਪਣਾ ਪ੍ਰੇਮ ਵਧਾਇਆ ਵੀ। ਦੋਹਰਾ ਖਾਤ ਬੀਤ ਬੈਠਤ ਉਠਤ ਸੋਵਤ ਜਾਗਤ ਨਿਤ, ਕਬਹੁ ਨ ਬਿਸਰੈ ਚਿਤ ਤੇ ਸੁੰਦਰ ਦਸਰ ਨਮਿਤ। ਜਿਹੜੀ ਉਹ ਹੀਰ ਸੀ ਉਹ ਆਪਣੀਆਂ ਸਖੀਆਂ ਸਹੇਲੀਆਂ ਨੂੰ ਆਖਣ ਲੱਗੀ ਕਿ ਰਾਂਝਾ ਮੈਨੂੰ ਇਤਨਾ ਪਿਆਰਾ ਹੋ ਗਿਆ ਹੈ ਕਿ ਹੁਣ ਹਰ ਸਮੇਂ ਹੀ ਖਾਂਦਿਆਂ ਪੀਂਦਿਆਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਕਦੇ ਵੀ ਉਹ ਸੁੰਦਰ ਰਾਂਝਾ ਮੈਨੂੰ ਆਪਣੇ ਮਨ ਤੋਂ ਭੁੱਲਦਾ ਹੀ ਨਹੀਂ ਹੈ। ਕੋਈ ਵੀ ਐਸਾ ਸਮਾਂ ਨਹੀਂ ਹੁੰਦਾ ਕਿ ਉਹ ਮੈਨੂੰ ਮੇਰੇ ਹਿਰਦੇ ਤੋਂ ਵਿਸਰਿਆ ਹੋਵੇ, ਕਿ ਇੰਨਾ ਉਹਦੇ ਨਾਲ ਮੇਰਾ ਪ੍ਰੇਮ ਜਿਹੜਾ ਹੈ ਉਹ ਬਣ ਚੁੱਕਾ ਹੈ। ਹੀਰ ਬਾਚ ਸਵਈਆ ਬਾਹਰ ਜਾਓ ਤਾਂ ਬਾਹਰ ਹੀ, ਗ੍ਰਹਿ ਆਵਤ ਆਵਤ ਸੰਗ ਲਗੇ ਹੀ। ਤੇ ਉਹ ਹੀਰ ਆਖਣ ਲੱਗੀ ਕਿ ਜੇ ਮੈਂ ਬਾਹਰ ਜਾਂਦੀ ਹਾਂ ਤਾਂ ਮੈਨੂੰ ਬਾਹਰ ਆਸੇ ਪਾਸੇ ਲੋਕਾਂ ਦੇ ਵਿੱਚ ਹੀ ਰਾਂਝਾ ਦਿਖਾਈ ਪੈਂਦਾ ਏ। ਜੇ ਮੈਂ ਘਰ ਦੇ ਵਿੱਚ ਆਉਂਦੀ ਹਾਂ ਤਾਂ ਘਰ ਦੇ ਮੈਂਬਰਾਂ ਵਿੱਚੋਂ ਮੈਨੂੰ ਰਾਂਝਾ ਹੀ ਪ੍ਰਤੀਤ ਹੁੰਦਾ, ਮੈਨੂੰ ਹੋਰ ਕੋਈ ਦਿਖਾਈ ਹੀ ਨਹੀਂ ਪੈਂਦਾ। ਜਾਓ ਹੱਠ ਬੈਠ ਰਹੋ ਘਰ ਮੈਂ, ਪਿਆ ਬੈਠ ਹੈ ਮੈਂ ਪਹਿਲੇ ਹੀ। ਤੇ ਜੇ ਮੈਂ ਹੱਠ ਕਰਕੇ ਘਰ ਦੇ ਵਿੱਚ ਬੈਠੀ ਰਹਿੰਦੀ ਹਾਂ ਕਿ ਮੈਂ ਕਿਸੇ ਪਾਸੇ ਵੱਲ ਨਹੀਂ ਵੇਖਣਾ, ਤੇ ਮੈਨੂੰ ਮੇਰੇ ਹਿਰਦੇ ਵਿੱਚ ਹੀ ਉਹ ਰਾਂਝਾ ਬੈਠਾ ਹੋਇਆ ਮੈਨੂੰ ਨਜ਼ਰੀ ਪੈਂਦਾ ਹੈ। ਨੀਂਦ ਹਮੇ ਨਕਵਾਨੀ ਕਰੀ ਸ਼ਨਹੀ ਸ਼ਨ ਰਾਮ ਸੁਖੀ ਸੁਪਨੇ ਹੀ। ਤੇ ਆਖਣ ਲੱਗੀ ਕਿ ਮੇਰੀ ਨੀਂਦ ਵੀ ਹੁਣ ਰਾਂਝੇ ਨੇ ਹੀ ਖੋਹ ਲਈ ਹੈ। ਸੁਪਨੇ ਦੇ ਵਿੱਚ ਵੀ ਮੈਨੂੰ ਉਹ ਆਰਾਮ ਨਹੀਂ ਕਰਨ ਦਿੰਦਾ, ਮੇਰੇ ਸੁਪਨਿਆਂ ਦੇ ਵਿੱਚ ਵੀ ਉਹਦੀ ਹੀ ਯਾਦ ਵਸੀ ਹੋਈ ਤਸਵੀਰ ਜਿਹੜੀ ਹੈ ਵਸ ਗਈ ਹੈ। ਜਾਗਤ ਸੋਵਤ ਰਾਤ ਹੂੰ ਦਿਓ ਸਕਹੂੰ ਮੁਹਿ ਰਾਂਝਨ ਚੈਨ ਨ ਦੇਹੀ। ਤੁਨ ਰਾਤ ਦਿਨ ਸੌਂਦਿਆਂ ਜਾਗਦਿਆਂ ਕਿਸੇ ਸਮੇਂ ਵੀ ਰਾਂਝਾ ਜਿਹੜਾ ਹੈ ਮੈਨੂੰ ਆਰਾਮ ਨਹੀਂ ਲੈਣ ਦਿੰਦਾ। ਤੇ ਮਹਾਰਾਜ ਜੀ ਨੇ ਸਮਝਾਇਆ ਕਿ ਇਉਂ ਹੀਰ ਦੀ ਹਾਲਤ ਜਿਹੜੀ ਸੀ ਰਾਂਝੇ ਦੇ ਪ੍ਰੇਮ ਦੇ ਵਿੱਚ ਹੋ ਗਈ। ਸਤਿਗੁਰੂ ਜੀ ਨੇ ਬਚਨ ਫਰਮਾਇਆ ਕਿ ਜੇਕਰ ਰਾਂਝੇ ਨਾਲ ਇਤਨੀ ਪ੍ਰੀਤ ਹੀਰ ਨੇ ਕੀਤੀ ਕਿ ਉਸਨੂੰ ਸਾਰੇ ਪਾਸੇ ਰਾਂਝਾ ਦਿਖਾਈ ਦੇਣ ਲੱਗ ਪਿਆ, ਇੱਕ ਸਰੀਰ ਦੇ ਨਾਲ ਪ੍ਰੀਤੀ ਕੀਤੀ। ਤੇ ਖਾਲਸਾ ਜੀ, ਜੇਕਰ ਅਸੀਂ ਪਰਮਾਤਮਾ ਨਾਲ ਪ੍ਰੀਤੀ ਉਪਜਾਵਾਂਗੇ ਕਿ ਜੋ ਸਾਡਾ ਮਨੋਰਥ ਹੈ ਅਸੀਂ ਉਸ ਆਪਣੇ ਮਨੋਰਥ ਨੂੰ ਕਦਾ ਵੀ ਭੁੱਲਣਾ ਨਹੀਂ। ਜੇ ਮਨੋਰਥ ਨੂੰ ਭੁੱਲ ਕੇ ਸਰੀਰ ਨਾਲ ਪ੍ਰੀਤੀ ਉਪਜਾਵਾਂਗੇ ਤਾਂ ਦੁਖੀ ਹੋਵਾਂਗੇ, ਦੁੱਖ ਹੀ ਜੀਵਨ ਦੇ ਵਿੱਚ ਆਉਣਗੇ, ਕਿਉਂਕਿ ਸਰੀਰ ਤਾਂ ਆਖਰ ਨਾਸ਼ਵੰਤ ਹੈ। ਕਿਉਂਕਿ ਮਹਾਰਾਜ ਨੇ ਗੁਰਬਾਣੀ ਅੰਦਰ ਫਰਮਾਇਆ ਹੈ ਕਿ ਬਟਾਊ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨ ਆਵੈ ਕੇਹ। ਜਿਹੜਾ ਕੋਈ ਇਨਸਾਨ ਕਿਸੇ ਰਾਹਗੀਰ ਦੇ ਨਾਲ ਰਸਤੇ ਵਿੱਚ ਚੱਲਦਾ ਕਿਸੇ ਰਾਹਗੀਰ ਨਾਲ ਪ੍ਰੇਮ ਪਾ ਲਵੇ, ਸਮਾਂ ਪਾ ਕਰਕੇ ਉਹ ਰਾਹਗੀਰ ਆਪਣੀ ਮੰਜ਼ਿਲ ਤੇ ਪਹੁੰਚ ਜਾਵੇਗਾ। ਜਾਂ ਦੂਸਰਾ ਰਾਹਗੀਰ ਹੈ ਉਹ ਵੀ ਉਹਦੀ ਭਾਵੇਂ ਕਿ ਰਸਤਾ ਉਹਨਾਂ ਦਾ ਇੱਕ ਹੀ ਹੋਵੇ ਪਰ ਮੰਜ਼ਿਲ ਵੱਖੋ ਵੱਖਰੀ ਤੇ ਪਹੁੰਚਣਗੇ। ਕੋਈ ਕਿਸੇ ਪਾਸੇ ਚਲਾ ਜਾਵੇਗਾ, ਕੋਈ ਕਿਸੇ ਪਾਸੇ ਚਲਾ ਜਾਵੇਗਾ, ਪਰ ਜੇ ਇੱਕ ਰਾਹਗੀਰ ਦੂਸਰੇ ਰਾਹਗੀਰ ਨਾਲ ਪੱਕਾ ਪ੍ਰੇਮ ਪਾ ਕੇ ਬੈਠ ਜਾਵੇ ਤਾਂ ਉਸ ਵਿੱਚ ਵਿਛੋੜੇ ਕਾਰਨ ਉਸਨੂੰ ਦੁਖੀ ਹੋਣਾ ਪਵੇਗਾ। ਕਿ ਬਿਠਾਊ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨਾ ਆਵੈ ਕੇਹ। ਜੋ ਰਾਹਗੀਰਾਂ ਨਾਲ ਰਸਤੇ ਵਿੱਚ ਚੱਲਣ ਵਾਲਾ ਪ੍ਰੇਮ ਪਾਉਂਦਾ ਹੈ ਉਸ ਇਨਸਾਨ ਦੇ ਹੱਥ ਆਖਰ ਕੁਛ ਵੀ ਨਹੀਂ ਲੱਗਦਾ। ਉਹ ਹਮੇਸ਼ਾ ਹੀ ਉਹ ਇਨਸਾਨ ਖਾਲੀ ਰਹਿ ਜਾਂਦਾ ਹੈ ਜੋ ਨਾਸ਼ਵੰਤ ਚੀਜ਼ਾਂ ਨਾਲ ਮੋਹ ਪਾ ਲੈਂਦਾ ਹੈ। ਤਾਂ ਸਰੀਰ ਨਾਸ਼ਵੰਤ ਹੈ, ਜੋ ਸਰੀਰ ਨਾਲ ਪ੍ਰੇਮ ਕਰੇਗਾ ਉਹ ਦੁਖੀ ਹੋਵੇਗਾ, ਦੁੱਖਾਂ ਦੇ ਵਹਿਣ ਵਿੱਚ ਫਸ ਜਾਵੇਗਾ। ਜੇ ਮਨ ਦਾ ਸੁੱਖ ਲੈਣਾ ਹੈ, ਜੇਕਰ ਆਤਮਾ ਨੂੰ ਸੁਖੀ ਕਰਨਾ ਹੈ ਤਾਂ ਇੱਕੋ ਇੱਕ ਪਰਮਾਤਮਾ ਦੇ ਨਾਲ ਹੀ ਆਪਣੀ ਪ੍ਰੀਤੀ ਉਪਜਾਉਣਾ ਕਰੋ। ਉਹਦੇ ਨਾਲ ਪ੍ਰੇਮ ਪਾਓਗੇ, ਤੁਹਾਡਾ ਲੋਕ ਤੇ ਪਰਲੋਕ ਸੁਹੇਲਾ ਬਣ ਜਾਵੇਗਾ। ਤੇ ਮਹਾਰਾਜ ਨੇ ਫਰਮਾਇਆ, ਸਤਿਗੁਰੂ ਜੀ ਬਚਨ ਕਰਨ ਲੱਗੇ ਕਿ ਜਿਵੇਂ ਹੀਰ ਦੀ ਉਹ ਹਾਲਤ ਬਣ ਗਈ ਕਿ ਹਰ ਪਾਸੇ ਰਾਂਝਾ ਉਸਨੂੰ ਦਿਖਾਈ ਪੈਂਦਾ ਹੈ, ਜੇਕਰ ਅਸੀਂ ਪ੍ਰਮਾਤਮਾ ਨਾਲ ਇਉਂ ਸੱਚੀ ਪ੍ਰੀਤ ਪਾ ਲਈਏ ਫਿਰ ਸਾਨੂੰ ਵੀ ਸਭ ਜਗ੍ਹਾ ਤੇ ਪਰਮੇਸ਼ਰ ਹੀ ਪ੍ਰਗਟ ਦਿਖਾਈ ਪਵੇਗਾ। ਕਿਉਂਕਿ ਪ੍ਰਮਾਤਮਾ ਹੈ ਤਾਂ ਸਾਰਿਆਂ ਦੇ ਅੰਦਰ ਹੀ, ਸਾਰੀ ਸ੍ਰਿਸ਼ਟੀ ਬਣਾ ਕਰਕੇ ਉਹਦੇ ਵਿੱਚ ਉਹ ਆਪ ਵਸਿਆ ਹੋਇਆ ਹੈ, ਕਿਉਂਕਿ ਉਹ ਕਰਤਾ ਪੁਰਖ ਹੈ, ਸਭ ਕੁਝ ਬਣਾਉਣ ਵਾਲਾ ਹੈ ਤੇ ਬਣਾ ਕਰਕੇ ਉਹਦੇ ਅੰਦਰ ਰਚਿਆ ਹੋਇਆ ਵੀ ਹੈ। ਜਿਸ ਵੇਲੇ ਅਸੀਂ ਪਰਮਾਤਮਾ ਨਾਲ ਪ੍ਰੀਤੀ ਉਪਜਾਵਾਂਗੇ ਫਿਰ ਸਾਨੂੰ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ
गोबिंद बंद नहीं कोई, ऐसी अवस्था बन जावेगी। फिर ऐसी प्यारी अवस्था बनेगी कि ईबै बीठल ऊबै बीठल, बीठल बिन संसार नहीं। ਫਿਰ ਐਸੀ ਪਿਆਰੀ ਅਵਸਥਾ ਜਿਹੜੀ ਹੈ ਗੁਰਮੁਖਾਂ ਦੀ ਬਣ ਜਾਂਦੀ ਹੈ, ਜੋ ਸਰੀਰ ਦੇ ਨਾਲ ਨਹੀਂ ਸਗੋਂ ਅਬਨਾਸੀ ਅਕਾਲ ਪੁਰਖ ਨਾਲ ਪ੍ਰੇਮ ਪੁਜਾਉਂਦੇ ਹਨ। ਫਿਰ ਉਹਨਾਂ ਨੂੰ ਵੀ ਸਭ ਜਗ੍ਹਾ ਤੇ ਪ੍ਰਮਾਤਮਾ ਹੀ ਦਿਖਾਈ ਪੈਂਦਾ ਹੈ। 84 ਲੱਖ ਜੂਨ ਦੇ ਵਿੱਚ ਵੀ ਪ੍ਰਮਾਤਮਾ ਦੀ ਜੋਤ ਪਸਰੀ ਹੋਈ ਦਿਖਾਈ ਪੈਂਦੀ ਹੈ, ਜਿਸ ਕਰਕੇ ਫਿਰ ਉਹ ਕਿਸੇ ਮਨੁੱਖ ਦੇ ਕੋਲੋਂ, ਕਿਸੇ ਜਾਨਵਰ ਦੇ ਕੋਲੋਂ, ਕਿਸੇ ਪਸ਼ੂ ਪੰਛੀ ਕੋਲੋਂ ਬਿਲਕੁਲ ਭੈ ਨਹੀਂ ਰੱਖਦੇ, ਕਿਉਂਕਿ ਉਹਨਾਂ ਨੂੰ ਇੱਕ ਅਕਾਲ ਪੁਰਖ ਸਭ ਜਗ੍ਹਾ ਤੇ ਰਮਿਆ ਹੋਇਆ ਦਿਖਾਈ ਪੈ ਜਾਂਦਾ ਹੈ। ਪਰਮਾਤਮਾ ਦੀ ਬਣਾਈ ਹੋਈ ਖੇਡ ਸਮਝ ਵਿੱਚ ਆ ਜਾਂਦੀ ਹੈ। ਫਿਰ ਉਹ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾਹ, ਫਿਰ ਉਹ ਇੱਕ ਅਕਾਲ ਪੁਰਖ ਦੇ ਬਿਨਾਂ ਕਿਸੇ ਹੋਰ ਦੀ ਪ੍ਰਵਾਹ ਹੀ ਨਹੀਂ ਕਰਦੇ, ਵੇ ਪ੍ਰਵਾਹ ਹੋ ਕੇ ਸੰਸਾਰ ਦੇ ਵਿੱਚ ਜਿਉਂਦੇ ਹਨ। ਤੇ ਉਹ ਪ੍ਰੀਤੀ ਕਰਨ ਦੇ ਨਾਲ, ਪਰਮੇਸ਼ਰ ਨਾਲ ਪ੍ਰੀਤੀ ਕਰਨ ਦੇ ਨਾਲ ਲੋਕ ਤੇ ਪਰਲੋਕ ਸੁਖੀ ਹੋ ਜਾਂਦਾ ਏ। ਸਰੀਰ ਨਾਲ ਪ੍ਰੀਤੀ ਪੁਜਾਉਣ ਕਰਕੇ ਸਮਾਜ ਵੀ ਕੁਝ ਖਾਸ ਚੰਗਾ ਮਹਿਸੂਸ ਨਹੀਂ ਕਰਦਾ। ਉਹਨਾਂ ਇਨਸਾਨਾਂ ਦੇ ਪ੍ਰਥਾਏ ਜੋ ਸਰੀਰ ਦੇ ਨਾਲ ਹੀ ਚਿੰਬੜ ਜਾਂਦੇ ਹਨ, ਜੋ ਸਰੀਰ ਦੇ ਨਾਲ ਹੀ ਸੱਚ ਕਰਕੇ ਪ੍ਰੀਤੀ ਪਾ ਲੈਂਦੇ ਹਨ, ਉਹ ਇੱਥੇ ਵੀ ਦੁਖੀ ਹੁੰਦੇ ਹਨ ਤੇ ਅਗਾਂਹ ਵੀ ਕੋਈ ਖਾਸ ਤੌਰ ਤੇ ਉਹਨਾਂ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ। ਤੇ ਇਹ ਹੀਰ ਤੇ ਰਾਂਝਾ, ਇਹ ਤੇ ਆਖਿਰ ਦੇ ਵਿੱਚ ਇੰਦਰ ਤੇ ਉਹਦੀ ਅਪਸਰਾ ਮੇਨ ਕਲਾ ਸੀ, ਜਿਸ ਨੂੰ ਸ਼ਰਾਪ ਤੋਂ ਮੁਕਤ ਕਰਾਉਣ ਵਾਸਤੇ, ਸ਼ਰਾਪ ਦੁੱਖ ਤੋਂ ਬਚਾਉਣ ਵਾਸਤੇ ਉਸਨੇ ਰਾਂਝੇ ਦਾ ਰੂਪ ਧਾਰਿਆ। ਤੇ ਇਉਂ ਕਰਕੇ ਸਾਰੀ ਇਹਨਾਂ ਦੀ ਵਾਰਤਾ ਬਣੀ। ਤੇ ਉਹ ਮਹਾਰਾਜ ਸਮਝਾਉਣਾ ਕਰਦੇ ਹਨ ਕਿ ਇਉਂ ਉਸ ਹੀਰ ਦੀ ਹਾਲਤ ਹੋ ਗਈ। ਛਾਉ ਪਈ ਰਾਂਝਨ ਰਾਂਝਨ ਸਦਾ ਉਚਾਰੈ, ਸੋਵਤ ਜਾਗ ਤਾਹੇ ਸੰਭਾਰੈ। ਤੇ ਉਹ ਹੀਰ ਹਮੇਸ਼ਾ ਮੂੰਹ ਤੋਂ ਰਾਂਝਾ ਰਾਂਝਾ ਆਖਦੀ ਰਹਿੰਦੀ ਸੀ, ਸੌਂਦੀ ਜਾਗਦੀ ਉਹਨੂੰ ਯਾਦ ਕਰਦੀ ਹੈ। ਬੈਠਤੀ ਉਠਤ ਚਲਤ ਹੂੰ ਸੰਗਾ, ਤਾਹੀ ਕੋ ਜਾਣੈ ਕੈ ਅੰਗਾ। ਉੱਠਦਿਆਂ ਬੈਠਦਿਆਂ ਚੱਲਦਿਆਂ ਉਸੇ ਨੂੰ ਹੀ ਆਪਣਾ ਉਹ ਇੱਕ ਅੰਗ ਰੂਪ ਕਰਕੇ ਸਮਝਦੀ ਸੀ ਕਿ ਹਮੇਸ਼ਾ ਰਾਂਝਾ ਉਹਦੇ ਨਾਲ ਹੀ ਹੈ। ਕਾਹੂ ਕੋ ਜੋ ਹੀਰ ਨਿਹਾਰੈ, ਰਾਂਝਨ ਹੀਰਦ ਬੀਚ ਵਿਚਾਰੈ। ਕਿਸੇ ਵੱਲੋਂ ਹੀਰ ਤੱਕਦੀ ਸੀ ਤਾਂ ਉਸ ਨੂੰ ਹਰ ਜਗ੍ਹਾ ਤੇ ਹੀ ਰਾਂਝਾ ਰੂਪ ਪ੍ਰਤੀਤ ਹੁੰਦਾ ਸੀ। ਉਹਨੂੰ ਇਉਂ ਲੱਗਦਾ ਸੀ ਕਿ ਮੇਰੇ ਸਾਹਮਣੇ ਰਾਂਝਾ ਹੀ ਹੈ, ਉਸਨੂੰ ਹੋਰ ਕੋਈ ਦਿਖਾਈ ਹੀ ਨਹੀਂ ਪੈਂਦਾ ਸੀ, ਕੇਵਲ ਸਭ ਥਾਈਂ ਰਾਂਝਾ ਹੀ ਰਾਂਝਾ ਉਹਨੂੰ ਨਜ਼ਰੀ ਪੈਂਦਾ ਸੀ। ਐਸੀ ਪ੍ਰੀਤ ਪ੍ਰਿਆ ਕੀ ਲਾਗੀ, ਨੀਂਦ ਭੁਖਤਾ ਕੀ ਸਭ ਭਾਗੀ। ਐਸੀ ਦੀ ਪ੍ਰੀਤ ਲੱਗ ਗਈ ਰਾਂਝੇ ਨਾਲ ਕਿ ਨੀਂਦ ਭੁੱਖ ਸਭ ਕੁਝ ਹੀ ਉਹਦਾ ਦੂਰ ਹੋ ਗਿਆ। ਰਾਂਝਨ ਹੀ ਕੇ ਰੂਪ ਵਹ ਭਈ, ਜਿਉ ਮਿਲ ਬੂੰਦ ਬਾਰ ਮੋ ਗਈ। ਤੇ ਇਉਂ ਰਾਂਝੇ ਦੇ ਨਾਲ ਰਹਿਣ ਕਰਕੇ ਉਹ ਰਾਂਝੇ ਦਾ ਹੀ ਰੂਪ ਹੋ ਗਈ। ਰਾਂਝੇ ਨਾਲ ਪ੍ਰੀਤ ਬਚਾਉਣ ਕਰਕੇ ਰਾਂਝੇ ਦਾ ਰੂਪ ਬਣ ਗਈ। ਜਿਵੇਂ ਪਾਣੀ ਦੀ ਬੂੰਦ ਪਾਣੀ 'ਚ ਮਿਲ ਕੇ ਪਾਣੀ ਦਾ ਰੂਪ ਹੋ ਜਾਂਦੀ ਹੈ। ਜੈਸੇ ਮ੍ਰਿਗ ਮ੍ਰਿਗਿਆ ਕੋ ਲਹੇ, ਹੋਤ ਬਧਾਏ ਬਿਨਾ ਹੀ ਗਹੇ। ਜਿਵੇਂ ਇੱਕ ਹਿਰਨ ਹਿਰਨੀ ਨੂੰ ਵੇਖ ਕੇ ਬਿਨਾਂ ਬੰਨ ਮਾਰੇ ਤੋਂ ਬੰਨਿਆ ਜਾਂਦਾ ਹੈ, ਤਿਵੇਂ ਹੀਰ ਜਿਹੜੀ ਸੀ, ਪ੍ਰੀ ਜਿਹੜੀ ਸੀ, ਉਹ ਰਾਂਝੇ ਨਾਲ ਪੈ ਚੁੱਕੀ ਸੀ। ਦੋਹਰਾ ਜੈਸੇ ਲੱਕਰੀ ਆਗ ਮੈਂ ਪਰਤ ਕਹੂੰ ਤੇ ਆਏ। ਉਹਨਾਂ ਦੋਹਾਂ ਦੀ ਪ੍ਰੀਤ ਇਉਂ ਬਣ ਗਈ ਸੀ ਕਿ ਜਿਵੇਂ ਲੱਕੜੀ ਕਿਤੋਂ ਲਿਆ ਕੇ ਅੱਗ ਦੇ ਵਿੱਚ ਸੁੱਟ ਦਈਏ। ਪਲਕ ਦਵੈਕ ਤਾਂ ਮੈਂ ਰਹਿ ਬਾਹੁਰ ਆਗ ਹੋਇਆ ਜਾਏ। ਤਾਂ ਬੇਸ਼ੱਕ ਉਸ ਸਮੇਂ ਵਾਸਤੇ ਉਹ ਲੱਕੜੀ ਦੇ ਰੂਪ ਵਿੱਚ ਹੀ ਰਹੇ, ਪਰ ਆਖਰ ਅੱਗ ਦੇ ਸਾਥ ਕਰਕੇ, ਅੱਗ ਦੇ ਵਿੱਚ ਰਹਿਣ ਕਰਕੇ ਉਹ ਅੱਗ ਦਾ ਰੂਪ ਬਣ ਜਾਂਦੀ ਹੈ, ਭਾਵ ਅੰਗਿਆਰੀ ਬਣ ਜਾਂਦੀ ਹੈ, ਉਹ ਅੱਗ ਦੇ ਵਿੱਚ ਹੀ ਸਮਾ ਜਾਂਦੀ ਹੈ। ਹਰ ਜਾਇ ਐਸੇ ਸੇ ਸੁਨਿਓ, ਕਰਤ ਏਕ ਤੇ ਦੋਏ। ਫਿਰ ਆਖਿਰ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਤਕਦੀਰ ਨੇ ਐਸੀ ਖੇਡ ਖੇਡੀ ਕਿ ਦੋਹਾਂ ਦਾ ਪ੍ਰੇਮ ਤਾਂ ਆਪਸ ਦੇ ਵਿੱਚ ਬਹੁਤ ਜ਼ਿਆਦਾ ਸੀ, ਪਰ ਤਕਦੀਰ ਨੇ ਐਸੀ ਖੇਡ ਖੇਡੀ ਹੈ ਕਿ ਆਖਿਰ ਕਿਸਮਤ ਨੇ ਐਸੀ ਖੇਡ ਖੇਡੀ ਕਿ ਉਹਨਾਂ ਇੱਕ ਹੋ ਚੁੱਕੇ ਦੋਵਾਂ ਪ੍ਰੇਮੀਆਂ ਨੂੰ ਸਮੇਂ ਦੇ ਖੇਡ ਨੇ ਦੋ ਕਰ ਦਿੱਤਾ, ਭਾਵ ਦੋਹਾਂ ਨੂੰ ਵਿਛੋੜ ਦਿੱਤਾ ਹੈ। ਬਿਰਹ ਬਡਾਰਨ ਜੋ ਬਦ ਏਕ ਦੋਏ ਤੇ ਹੋਏ। ਤੇ ਆਖਦੇ ਹਨ ਕਿ ਵੱਧਦੇ ਹੋਏ ਵਿਛੋੜਿਆਂ ਨਾਲ, ਭਾਵ ਕਿ ਵਿਛੋੜਾ ਪੈ ਜਾਣ ਕਰਕੇ, ਪਰ ਹੈ ਤਾਂ ਭਾਵੇਂ ਉਹ
ਇੱਕ ਰੂਪ ਹੀ ਹੋ ਚੁੱਕੇ ਸਨ ਪ੍ਰੀਤੀ ਕਰਕੇ, ਪਰ ਆਖਰ ਵਿਛੋੜਾ ਪੈ ਜਾਣ ਕਾਰਨ ਉਹ ਦੋ ਰੂਪ ਬਣ ਗਏ, ਭਾਵ ਦੋ ਹੋ ਗਏ ਹਨ, ਇੱਕ ਦੂਜੇ ਨਾਲੋਂ ਵਿਛੜ ਚੁੱਕੇ ਹਨ। ਰਾਂਝਨ ਹੀਰ ਪ੍ਰੇਮ में रह एक ही होए, ਕਿਉਂਕਿ ਰਾਂਝੇ ਤੇ ਹੀਰ ਦੀ ਪ੍ਰੀਤ ਐਸੀ ਸੀ ਕਿ ਉਹ ਇੱਕ ਦੂਸਰੇ ਦੇ ਪ੍ਰੇਮ ਦੇ ਵਿੱਚ ਮਸਤ ਹੋ ਕੇ ਇੱਕ ਹੀ ਬਣ ਚੁੱਕੇ ਸਨ। ਰਾਂਝਾ ਹੀਰ ਦੇ ਵਿੱਚ ਇੱਕਮਿਕ ਹੋ ਚੁੱਕਾ ਸੀ ਤੇ ਹੀਰ ਜਿਹੜੀ ਸੀ ਉਹ ਰਾਂਝੇ ਦੇ ਪ੍ਰੇਮ ਦੇ ਵਿੱਚ ਇੱਕਮਿਕ ਬਣ ਚੁੱਕੀ ਸੀ। ਕਹਿਬੇ ਕੋ ਤਨ ਏਕ ਹੀ ਲਹਿਬੇ ਕੋ ਤਨ ਦੋਏ, ਤੇ ਕਹਿਣ ਨੂੰ ਤਾਂ ਭਾਵੇਂ ਉਹ ਸਰੀਰ ਦੋ ਸਨ, ਵੇਖਣ ਨੂੰ ਦੋ ਸਰੀਰ ਲੱਗਦੇ ਸਨ, ਪਰ ਅੰਦਰ ਮੁਖੀ ਉਹ ਇੱਕ ਰੂਪ ਬਣ ਚੁੱਕੇ ਸੀ। ਚਾਓ ਪਈ ਐਸੀ ਪ੍ਰੀਤ ਪ੍ਰਿਆ ਕੀ ਭਈ, ਸਿਗਰੀ ਬਿਸਰ ਤਾਹੇ ਹੁਦ ਗਈ। ਤੇ ਇਤਨਾ ਉਹ ਹੀਰ ਜਿਹੜੀ ਸੀ ਉਹ ਰਾਂਝੇ ਦੇ ਪ੍ਰੇਮ ਦੇ ਵਿੱਚ ਇਤਨੀ ਉਲਝ ਗਈ ਕਿ ਉਸਨੂੰ ਆਪਣੇ ਆਸੇ ਪਾਸੇ ਦੀ ਸਮਾਜ ਦੀ ਸੁੱਧ ਜਿਹੜੀ ਸਭ ਭੁੱਲ ਗਈ। ਜੋ ਨਗਰ ਦੇ ਲੋਕ ਸਨ ਉਹ ਵੀ ਹੁਣ ਕਈ ਪ੍ਰਕਾਰ ਦੀਆਂ ਗੱਲਾਂ ਦੋਹਾਂ ਦੇ ਪ੍ਰਥਾਏ ਬਣਾਉਣ ਲੱਗ ਪਏ ਸਨ। ਰਾਂਝਾ ਜੂ ਕੇ ਰੂਪ ਰਜਾਨੀ, ਲੋਕ ਲਾਇਕ ਦੇ ਭਈ ਦੀਵਾਨੀ। ਰਾਂਝੇ ਦੇ ਰੂਪ ਦੇ ਉੱਪਰ ਰੀਝੀ ਹੋਈ ਹੀਰ ਸਾਰੀ ਲੋਕ ਲੱਜਿਆ ਛੱਡ ਕਰਕੇ ਝੱਲੀ ਹੋ ਚੁੱਕੀ ਸੀ। ਉਸਨੂੰ ਕਿਸੇ ਦੀ ਕੋਈ ਪਰਵਾਹ ਹੀ ਨਾ ਰਹੀ ਕਿ ਲੋਕ ਉਹਦੇ ਬਾਰੇ ਕੀ ਸੋਚ ਰੱਖਦੇ ਹਨ ਜਾਂ ਕੀ ਗੱਲਾਂ ਵੜਾਉਂਦੇ ਨੇ, ਇਸ ਗੱਲ ਦੀ ਉਹਨੂੰ ਕੋਈ ਪਰਵਾਹ ਨਾ ਰਹੀ। ਤਬ ਚੂਚਕ ਇਹ ਭਾਂਤ ਵਿਚਾਰੀ, ਯਹ ਕੰਨਿਆ ਨਹਿ ਜਿਗਤ ਹਮਾਰੀ। ਇਹ ਵੇਖ ਕੇ ਪਿਤਾ ਨੇ, ਚੂਚਕ ਨੇ ਸੋਚਿਆ ਕਿ ਮੇਰੀ ਕੰਨਿਆ ਤਾਂ ਹੁਣ ਰਾਂਝੇ ਬਿਨਾਂ ਬਚ ਨਹੀਂ ਸਕਦੀ, ਕਿਤੇ ਉਹ ਨਾ ਹੋਵੇ ਕਿ ਇਹ ਸਮਾਜ ਦੇ ਵਿੱਚ ਕੋਈ ਐਸਾ ਕਾਰਾ ਕਰ ਦੇਵੇ ਜਿਸ ਕਰਕੇ ਮੇਰੀ ਬਦਨਾਮੀ ਹੋਵੇ। ਅਬ ਹੀ ਜਹ ਖੇਰਾ ਕੋ ਦੀਜੈ, ਜਾਮੇ ਤਨ ਘਟੀਲ ਨਹਿ ਕੀਜੈ। ਹੁਣ ਮੈਨੂੰ ਇਉਂ ਕਰਨਾ ਚਾਹੀਦਾ ਹੈ ਕਿ ਇਸਨੂੰ ਖੇੜਿਆਂ ਦੇ ਹੀ ਵਿਆਹ ਦੇਣਾ ਚਾਹੀਦਾ ਏ, ਤੇ ਇਸ ਕੰਮ ਦੇ ਵਿੱਚ ਮੈਨੂੰ ਢਿੱਲ ਨਹੀਂ ਕਰਨੀ ਚਾਹੀਦੀ। ਖੇਰ ਇਹ ਬੋਲ ਤੁਰਤ ਤਿਹ ਦਿਓ, ਰਾਂਝਾ ਤਿੱਥ ਹੋਏ ਸੰਗ ਗਇਓ। ਉਹਦੇ ਪਿਤਾ ਨੇ, ਚੂਚਕ ਨੇ ਕੀ ਕੀਤਾ ਕਿ ਤੁਰੰਤ ਹੀ ਖੇੜਿਆਂ ਨੂੰ ਬੁਲਾਇਆ ਤੇ ਆਪਣੀ ਹੀਰ ਦਾ ਉਹਨਾਂ ਦੇ ਨਾਲ ਵਿਆਹ ਕਰਕੇ ਤੋਰ ਦਿੱਤਾ। ਜੋ ਰਾਂਝਾ ਸੀ ਫਕੀਰ ਦਾ ਰੂਪ ਧਾਰਨ ਕਰਕੇ ਹੀਰ ਦੇ ਨਾਲ ਹੀ ਇਹਦੇ ਨਗਰ ਖੇੜਿਆਂ ਵੱਲ ਨੂੰ ਤੁਰ ਪਿਆ ਹੈ। ਮੰਗਤ ਭੀਖ ਕਾਜਬ ਪਾਇਓ, ਲੈਤਾ ਕੋ ਸੁਰ ਲੋਕ ਸਦਾਇਓ। ਤੇ ਇਵੇਂ ਹੀ ਫਕੀਰ ਬਣ ਕੇ ਨਗਰ ਦੇ ਭੀਖ ਮੰਗਦਾ ਰਹਿੰਦਾ ਸੀ। ਜਦ ਇਵੇਂ ਮੌਕਾ ਪਾਇਆ ਤੇ ਮੌਕਾ ਪਾਉਂਦਿਆਂ ਸਾਰ ਹੀ ਉਹ ਰਾਂਝਾ ਆਪਣੀ ਹੀਰ ਨੂੰ ਲੈ ਕਰਕੇ ਸੁਰ ਲੋਕ ਭਾਵ ਕਿ ਜੋ ਅਸਲ ਦੇ ਵਿੱਚ ਉਹ ਇੰਦਰ ਸੀ, ਮੇਨਕਲਾ ਅਪਸਰਾ ਸੀ, ਉਹ ਦੋਵੇਂ ਜੜੇ ਹੀ ਸਵਰਗ ਲੋਕ ਦੇ ਵਿੱਚ ਵਾਪਸ ਚਲੇ ਗਏ ਨੇ। ਰਾਂਝਾ ਹੀਰ ਮਿਲਤ ਪਹੇ ਚਿਤ ਕੇ ਸਕਲ ਸ਼ੋਕ ਮਿਟ ਗਏ। ਰਾਂਝਾ ਤੇ ਹੀਰ ਦਾ ਆਪਸ ਚ ਮਿਲੇ ਤਾਂ ਉਹਨਾਂ ਦੇ ਸਾਰੇ ਦੁੱਖ ਦੂਰ ਹੋਏ। ਹਿਆਂ ਕੀ ਅਵਧ ਵੀ ਜਬ ਗਈ, ਬਾਟ ਦਹੂ ਸੁਰਪੁਰ ਕੀ ਲਈ। ਉਹਨਾਂ ਦੇ ਸਰੀਰ ਦੀ ਉਮਰ ਪੁੱਗ ਗਈ ਤੇ ਆਖਰ ਉਹ ਸਵਰਗਪੁਰੀ ਵਿੱਚ ਚਲੇ ਗਏ। ਦੋਹਰਾ ਰਾਂਝਾ ਭਇਓ ਸ਼ਰੇਸ਼ ਤਹ, ਭਈ ਮੇਨਕਾ ਹੀਰ। या जग में गावत सदा सब खब कब कोल जस ਧੀਰ। ਸਤਿਗੁਰੂ ਜੀ ਆਖਦੇ ਹਨ ਕਿ ਸਰੀਰ ਛੱਡਣ ਤੋਂ ਬਾਅਦ ਰਾਜਾ ਇੰਦਰ ਬਣ ਗਿਆ, ਰਾਂਝਾ ਇੰਦਰ ਬਣਿਆ ਤੇ ਹੀਰ ਅਪੱਛਰਾ ਮੇਨਕਾ ਬਣ ਗਈ। ਜਿਨ੍ਹਾਂ ਦਾ ਕਿ ਸੰਸਾਰ ਦੇ ਵਿੱਚ ਕਵੀ ਜਨ ਇਉਂ ਬਣਾ ਕਰਕੇ ਬੜਾ ਜਸ ਗਾਉਂਦੇ ਨੇ, ਬੜੀਆਂ ਉਹਨਾਂ ਦੀਆਂ ਲੋਕ ਬਾਤਾਂ ਪਾਉਂਦੇ ਹਨ, ਕਹਾਣੀਆਂ ਪਾਉਂਦੇ ਹਨ। ਅਸਲ ਦੇ ਵਿੱਚ ਇਹਨਾਂ ਦੀ ਵਾਰਤਾ ਇਹ ਸੀ ਕਿ ਉਹ ਅਸਲ 'ਚ ਇੰਦਰ ਸੀ ਤੇ ਉਹ ਉਹਦੀ ਅਪਸਰਾ ਸੀ ਜਿਸਨੂੰ ਕਿ ਸਰਾਪ ਮਿਲਿਆ ਹੋਇਆ ਸੀ। ਸਰਾਪ ਤੋਂ ਮੁਕਤੀ ਦਿਵਾਉਣ ਵਾਸਤੇ ਇਹ ਸਾਰਾ ਕੁਛ ਕਪਲ ਮੁਨੀ ਦੇ ਕਹਿਣ ਅਨੁਸਾਰ ਹੀ ਸਾਰੀ ਖੇਡ ਬਣੀ ਤੇ ਲੋਕ ਉਹਨਾਂ ਦੀ ਬਾਤਾਂ ਪਾਉਣ ਲੱਗ ਪਏ। ਤੇ ਅਖੀਰ ਚਰਿੱਤਰ ਦੀ ਸਮਾਪਤੀ ਕਰਦੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਤ ਸ਼੍ਰੀ ਚਰਿੱਤਰ ਪਖਿਆਨੇ, ਤ੍ਰਿਆ ਚਰਿੱਤਰੇ ਮੰਤਰੀ ਸੰਵਾਦੇ, 98ਵਾਂ ਚਰਿੱਤਰ ਸਮਾਪਤ ਮਸਤ ਸਭਮ ਸਤ ਅਫਜੂ। ਸਤਿਗੁਰੂ ਜੀ ਬਚਨ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਚਰਿੱਤਰੋਪਾਖਿਆਨ ਦੇ ਤ੍ਰਿਆ ਚਰਿੱਤਰ ਦਾ ਮੰਤਰੀ ਦੇ ਆਪਸੀ ਵਾਰਤਾਲਾਪ ਦਾ 98ਵੇਂ ਨੰਬਰ ਚਰਿੱਤਰ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ,
ਇਹ ਸੀ ਸ਼੍ਰੀ ਚਰਿਤ੍ਰ ਉਪਾਖਿਆਨ ਦੇ 98 ਨੰਬਰ ਚਰਿਤ੍ਰ ਹੀਰ ਰਾਂਝੇ ਦੀ ਵਿਚਾਰ ਜੋ ਆਪ ਜੀ ਨੇ ਸਰਵਣ ਕੀਤੀ ਹੈ ਅਤੇ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਪਿਆਰੀ ਸਾਧ ਸੰਗਤ ਜੀ, ਇਸ ਪ੍ਰਸੰਗ ਦੇ ਰਾਹੀਂ ਤੇ ਗੁਰੂ ਮਹਾਰਾਜ ਆਪਾਂ ਨੂੰ ਇਹੀ ਸਮਝਾਉਣਾ ਕਰਦੇ ਨੇ ਕਿ ਜਿਵੇਂ ਲੋਕ ਇਹਨਾਂ ਦੀਆਂ ਬਾਤਾਂ ਪਾਉਂਦੇ ਹਨ ਹੀਰ ਤੇ ਰਾਂਝੇ ਦੀਆਂ, ਤੇ ਉਹਨਾਂ ਦੀ ਅਸਲੀਅਤ ਕੀ ਸੀ ਉਹ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਮਝਾਉਣਾ ਕੀਤੀ ਹੈ ਕਿ ਇਹਨਾਂ ਦੀ ਅਸਲੀਅਤ ਚ ਵਾਰਤਾ ਕੀ ਸੀ ਸਮਝਾਉਣਾ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਇਹੀ ਉਪਦੇਸ਼ ਦੇਣਾ ਕੀਤਾ ਹੈ ਇਸ ਪ੍ਰਸੰਗ ਦੇ ਰਾਹੀਂ ਕਿ ਜੇਕਰ ਦਿਲੋਂ ਸੱਚੀ ਪ੍ਰੀਤ ਲਾਉਣ ਕਰਕੇ ਹੀਰ ਜਿਹੜੀ ਸੀ ਉਹ ਰਾਂਝੇ ਚ ਆਪਣਾ ਇਤਨਾ ਧਿਆਨ ਪਰਪੱਕ ਕਰ ਲਿਆ ਕਿ ਚਾਰੇ ਪਾਸੇ ਰਾਂਝਾ ਉਸਨੂੰ ਦਿਖਾਈ ਦੇਣ ਲੱਗ ਪਿਆ। ਜੇਕਰ ਇਸੇ ਪ੍ਰਕਾਰ ਅਸੀਂ ਵੀ ਆਪਣੀ ਪ੍ਰੀਤ ਸੱਚੇ ਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਲਾ ਲਈਏ ਤਾਂ ਅਸੀਂ ਉਸ ਪਰਮਾਤਮਾ ਨੂੰ ਸਭ ਜਗ੍ਹਾ ਤੇ ਹਾਜ਼ਰ ਨਾਜ਼ਰ ਵੇਖ ਲਵਾਂਗੇ ਜੋ ਕਿ ਸਾਡੇ ਮਨੁੱਖਾ ਜਨਮ ਦਾ ਮਨੋਰਥ ਹੈ। ਕਿਉਂਕਿ ਇਹ ਦੁਨਿਆਵੀ ਪ੍ਰੀਤੀ ਕਰਕੇ ਤਾਂ ਲੋਕ ਬੁਰਾ ਭਲਾ ਬੋਲਦੇ ਹਨ, ਚੰਗਾ ਨਹੀਂ ਸਮਝਦੇ। ਜੋ ਸਿਆਣੇ ਪੁਰਸ਼ ਹੁੰਦੇ ਨੇ ਉਹ ਚੰਗਾ ਨਹੀਂ ਸਮਝਦੇ। ਜੇਕਰ ਇਹ ਕਰਨਾ ਵਾਕਿਆ ਚੰਗਾ ਹੁੰਦਾ ਤਾਂ ਹੀਰ ਦਾ ਪਿਤਾ ਜਿਹੜਾ ਚੂਚਕ ਸੀ ਉਸਨੇ ਕਿਉਂ ਛੇਤੀ ਕੀਤੀ ਹੀਰ ਦਾ ਵਿਆਹ ਕਰਨ ਦੀ, ਕਿਉਂਕਿ ਉਸਨੂੰ ਡਰ ਸੀ ਕਿਤੇ ਜੋ ਜਿਵੇਂ ਮੇਰੀ ਹੀਰ ਧੀ ਜਿਹੜੀ ਹੈ ਉਹ ਰਾਂਝੇ ਬਗੈਰ ਬਚ ਨਹੀਂ ਰਹੀ ਤੇ ਕਿਤੇ ਇਹ ਐਸਾ ਕਦਮ ਨਾ ਚੁੱਕੇ ਇਸ ਕਰਕੇ ਇੱਕ ਸਮਾਜ ਵਿੱਚ ਹੋਰ ਬੇਇੱਜ਼ਤੀ ਹੋਵੇ ਤੇ ਛੇਤੀ ਹੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਤੇ ਜੇ ਵਾਕਿਆ ਹੀ ਇਹ ਹੀਰ ਤੇ ਰਾਂਝਾ ਜਿਹੜੇ ਸਨ ਇਹਨਾਂ ਨੇ ਕੁਝ ਵਾਕਿਆ ਚੰਗਾ ਕਰਮ ਕੀਤਾ ਹੁੰਦਾ ਤਾਂ ਆਖਿਰ ਹੁਣ ਤੱਕ ਸਮਾਜ ਦੇ ਲੋਕ ਜਿਹੜੇ ਹਨ, ਮਾਤਾ ਪਿਤਾ ਜਿਹੜੇ ਹਨ, ਆਪਣੇ ਬੱਚਿਆਂ ਨੂੰ ਇਸੇ ਪਾਸੇ ਹੀ ਪ੍ਰੇਰਦੇ। ਪਰ ਕੋਈ ਵੀ ਸਿਆਣਾ ਮਾਂ ਬਾਪ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਐਸੇ ਕੰਮਾਂ ਨੂੰ ਕਰਨ ਵੱਲ ਕਦੇ ਨਹੀਂ ਪ੍ਰੇਰਿਤ ਕਰਦਾ। ਉਹ ਚਾਹੁੰਦਾ ਹੈ ਕਿ ਉਹਦੇ ਬੱਚੇ ਜਿਹੜੇ ਹਨ ਉਹ ਐਸੇ ਕੰਮ ਕਰਨ ਜਿਨ੍ਹਾਂ ਕਰਕੇ ਕਿ ਸਮਾਜ ਵਿੱਚ ਮਾਂ ਬਾਪ ਦਾ ਸਿਰ ਉੱਚਾ ਹੋਵੇ, ਬੱਚਿਆਂ ਦੀ ਵੱਧ ਤੋਂ ਵੱਧ ਇੱਜ਼ਤ ਹੋਵੇ। ਸਾਡੇ ਸਤਿਗੁਰੂ ਮਹਾਰਾਜ ਨੇ ਉਹੀ ਸਾਨੂੰ ਉਪਦੇਸ਼ ਕੀਤਾ ਹੈ ਕਿ ਇਹਨਾਂ ਹੀਰ ਤੇ ਰਾਂਝਾ ਨੇ ਜੋ ਪਿਆਰ ਦੀਆਂ ਬਾਤਾਂ ਪਾਈਆਂ, ਜੋ ਉਹਨਾਂ ਨੇ ਸਰੀਰ ਦੇ ਨਾਲ ਪ੍ਰੇਮ ਵਧਾਇਆ, ਸਰੀਰ ਨਾਲ ਪ੍ਰੇਮ ਵਧਾਉਣ ਕਰਕੇ ਕਦੇ ਕੋਈ ਸੁਖੀ ਨਹੀਂ ਹੁੰਦਾ ਤੇ ਨਾ ਹੀ ਕਦੇ ਸਮਾਜ ਵਿੱਚ ਉਹ ਚੰਗੀ ਵਡਿਆਈ ਸੋਭਾ ਨੂੰ ਪ੍ਰਾਪਤ ਕਰ ਪਾਉਂਦਾ ਹੈ। ਇੱਜ਼ਤ ਨਹੀਂ ਮਿਲਦੀ ਐਸੇ ਲੋਕਾਂ ਨੂੰ ਜੋ ਐਸੇ ਜੀਵਨ ਦੇ ਵਿੱਚ ਕਦਮ ਚੁੱਕਦੇ ਹਨ। ਪਰ ਜਿਹੜੇ ਆਪਣੇ ਮਨੁੱਖਾ ਜਨਮ ਦੇ ਵਿੱਚ ਆ ਕਰਕੇ ਪ੍ਰੀਤੀ ਕੇਵਲ ਪਰਮਾਤਮਾ ਨਾਲ ਪਾਉਂਦੇ ਨੇ, ਪ੍ਰੀਤੀ ਕੇਵਲ ਇੱਕ ਅਕਾਲ ਪੁਰਖ ਨਾਲ ਪਾਉਂਦੇ ਨੇ, ਉਹ ਇਸ ਸੰਸਾਰ ਦੇ ਵਿੱਚ ਵੀ ਕਿ ਚੰਗੇ ਸੱਚੇ ਮਾਰਗ ਚੱਲਦੇ ਆ ਉਸ ਤੱਕ ਕਰੇ ਅਜਹਾਨ। ਜਿਵੇਂ ਸਤਿਗੁਰਾਂ ਦਾ ਫਰਮਾਨ ਹੈ, ਜੋ ਸੱਚੇ ਮਾਰਗ ਉੱਪਰ ਚੱਲਦੇ ਨੇ, ਸੱਚੇ ਪਰਮੇਸ਼ਰ ਨਾਲ ਪ੍ਰੀਤੀ ਉਪਜਾਉਂਦੇ ਨੇ, ਉਹ ਸੰਸਾਰ ਦੇ ਵਿੱਚ ਹਮੇਸ਼ਾ ਹੀ ਵਡਿਆਈ ਪ੍ਰਾਪਤ ਕਰਦੇ ਹਨ। ਉਹਨਾਂ ਦੀ ਸੰਸਾਰ ਜੈ ਜੈਕਾਰ ਕਰਦਾ ਹੈ ਕਿ ਜੈ ਜੈਕਾਰ ਕਰੇ ਸਭ ਕੋਈ, ਹਰ ਮਨ ਤਨ ਵਸਿਆ ਸੋਈ। ਜਿਨ੍ਹਾਂ ਤੇ ਮਨ ਤਨ ਵਿੱਚ ਅਕਾਲ ਪੁਰਖ ਦੀ ਯਾਦ ਵਸ ਜਾਂਦੀ ਹੈ ਫਿਰ ਸੰਸਾਰ ਦੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਹਨ, ਸੋਭਾ ਕਰਦੇ ਹਨ, ਵਡਿਆਈ ਕਰਦੇ ਹਨ। ਲੋਕ ਵਿੱਚ ਇੱਜ਼ਤ ਹੁੰਦੀ ਹੈ, ਦਰਗਾਹ ਦੇ ਵਿੱਚ ਉਹਦੇ ਮੁਖ ਉਜਲੇ ਹੁੰਦੇ ਹਨ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਹਰੇ ਹਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦੇਊ, ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਹੀਰ ਤੇ ਰਾਂਝੇ ਦੇ ਪ੍ਰਸੰਗ ਰਾਹੀਂ ਇਹੀ ਮਹਾਨ ਉਪਦੇਸ਼ ਸਮਝਾਉਣਾ ਕੀਤਾ ਹੈ। ਸੋ ਪਿਆਰੀ ਸਾਧ ਸੰਗਤ ਜੀਓ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਚੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।